हेलो बच्चों, ਅੱਜ ਆਪਾਂ ਨਵਾਂ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਰਿਟਾਇਰਮੈਂਟ ਆਫ ਪਾਰਟਨਰਸ। ਰਿਟਾਇਰਮੈਂਟ ਆਫ ਪਾਰਟਨਰ ਮੀਨਸ ਦੇਖੋ ਆਪਾਂ ਪੜ੍ਹ ਲਈਏ, ਮੀਨਿੰਗ ਲਿਖਿਆ ਸ਼ਾਰਟ ਦੇ ਵਿੱਚ। ਰਿਟਾਇਰਮੈਂਟ ਆਫ ਪਾਰਟਨਰ ਮੀਨਸ ਰਿਟਾਇਰਮੈਂਟ ਫਰੋਮ ਦਾ ਫਰਮ, ਮਤਲਬ ਇੱਕ ਪਾਰਟਨਰ ਜਦੋਂ ਫਰਮ ਛੱਡ ਕੇ ਚਲਿਆ ਜਾਂਦਾ। ਹੁਣ ਇਸ ਤੋਂ ਪਹਿਲਾਂ ਆਪਾਂ ਕੀ ਕਰ ਚੁੱਕੇ ਹਾਂ, ਐਡਮਿਸ਼ਨ ਆਫ ਪਾਰਟਨਰ ਮੀਨਸ ਇੱਕ ਪਾਰਟਨਰ ਨਵਾਂ ਫਰਮ ਦੇ ਵਿੱਚ ਆਉਂਦਾ। ਜਦੋਂ ਨਵਾਂ ਫਰਮ ਦੇ ਵਿੱਚ ਪਾਰਟਨਰ ਆਇਆ ਸੀ ਤਾਂ ਵੀ ਐਗਰੀਮੈਂਟ ਨਵਾਂ ਬਣਿਆ ਸੀ, ਉਸ ਟਾਈਮ ਵੀ ਐਸੈਟਸ ਦੀ ਰੀਵੈਲੂਏਸ਼ਨ ਹੋਈ ਸੀਗੀ, ਉਸ ਟਾਈਮ ਵੀ ਜਦੋਂ ਨਵਾਂ ਪਾਰਟਨਰ ਆਉਂਦਾ ਉਸ ਟਾਈਮ ਵੀ ਗੁੱਡਵਿਲ ਤੇ ਇਫੈਕਟ ਪਿਆ ਸੀਗਾ, ਸੋ ਆਪਾਂ ਉਹਦੀ ਟ੍ਰੀਟਮੈਂਟ ਕੀਤੀ ਸੀ। ਸੇਮ ਜਦੋਂ ਇੱਕ ਪੁਰਾਣਾ ਪਾਰਟਨਰ ਬਿਜ਼ਨਸ ਛੱਡ ਕੇ ਜਾਂਦਾ ਉਦੋਂ ਵੀ ਇਫੈਕਟ ਪੈਂਦਾ, ਸੇਮ ਇਫੈਕਟ ਪੈਂਦਾ। ਦੇਖੋ ਵਨ ਬਾय वन ਆਪਾਂ ਸਮਝਦੇ ਹਾਂ। ਐਡਮਿਸ਼ਨ ਆਫ ਪਾਰਟਨਰ ਦੇ ਟਾਈਮ ਕੀ ਸੀ, ਇੱਕ ਨਵਾਂ ਪਾਰਟਨਰ ਆਇਆ ਤਾਂ ਜਿਹੜੇ ਪੁਰਾਣੇ ਪਾਰਟਨਰ ਸੀ ਉਹਨਾਂ ਦਾ ਜਿਹੜਾ ਪ੍ਰੋਫਿਟ ਸੀਗਾ ਉਹ ਘਟ ਗਿਆ ਕਿਉਂਕਿ ਤੀਸਰੇ ਬੰਦੇ ਨੂੰ ਦੇਣਾ ਪੈ ਗਿਆ। ਕਲੀਅਰ ਬੱਚੋ। ਔਰ ਨਵੇਂ ਰਿਟਾਇਰਮੈਂਟ ਆਫ ਪਾਰਟਨਰ ਚ ਕੀ ਆ, ਜਦੋਂ ਇੱਕ ਬੰਦਾ ਛੱਡ ਕੇ ਜਾ ਰਿਹਾ ਤਾਂ ਉਹ ਆਪਣਾ ਪ੍ਰੋਫਿਟ ਕੀ ਆ ਦੂਸਰੇ ਬੰਦਿਆਂ ਨੂੰ ਦੇ ਕੇ ਜਾ ਰਿਹਾ। ਆਪਾਂ ਇੱਕ ਪ੍ਰੈਕਟੀਕਲ ਐਗਜ਼ਾਮਪਲਸ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਸ਼ਾਰਟ ਨੋਟ ਨੇ, ਇਹਨਾਂ ਨੂੰ ਜਲਦੀ ਜਲਦੀ ਪੜ੍ਹ ਲਓ। ਰਿਟਾਇਰਮੈਂਟ ਆਫ ਪਾਰਟਨਰ ਮੀਨਸ ਰਿਟਾਇਰ ਫਰੋਮ ਦਾ ਫਰਮ, ਠੀਕ ਹੈ ਜੀ, ਬੰਦਾ ਛੱਡ ਕੇ ਜਾਂਦਾ ਫਰਮ ਦੇ ਵਿੱਚੋਂ। ਉਹ ਕੀ ਕਰਦਾ, ਉਹ ਤੇ ਜਾਣ ਨਾਲ ਕੀ ਹੁੰਦਾ, ਇਟ ਇਫੈਕਟ ਆਨ ਦਾ ਐਗਰੀਮੈਂਟ। ਜੇ ਕੋਈ ਐਗਰੀਮੈਂਟ ਬਣਿਆ ਪਾਰਟਨਰਸ਼ਿਪ ਦਾ ਦੈਨ ਉਹ ਇਫੈਕਟ ਕਰੂਗਾ। ਮਤਲਬ ਪਹਿਲਾਂ 3 ਬੰਦੇ ਕੰਮ ਕਰਦੇ, ਹੁਣ 2 ਬੰਦੇ, ਦੈਟ ਮੀਨਸ ਉਹ ਐਗਰੀਮੈਂਟ ਆ ਜਿਹੜਾ ਦੁਬਾਰਾ ਬਣੂਗਾ। ਦੈਨ ਆਲ ਦਾ ਪਾਰਟਨਰ ਗਿਵ ਦਾ ਕੌਨਸੈਂਟ ਟੂ ਦਾ ਰਿਟਾਇਰ ਪਾਰਟਨਰ। ਕੌਨਸੈਂਟ ਮੀਨਸ ਕੁਛ ਨਾ ਕੁਛ ਉਹਨੂੰ ਪੇ ਆਊਟ ਕਰਨਗੇ। ਕਿਉਂ ਪੇ ਆਊਟ ਕਰਨਗੇ ਇਸ ਚੀਜ਼ ਨੂੰ ਸਮਝੋ, ਕਿਉਂਕਿ ਕਿੱਥੇ 3 ਪਾਰਟਨਰ ਸੀਗੇ, 1,20,000 ਸੀ, 40,000 ਰੁਪਏ ਸਾਰੇ ਬਣਦੇ ਸੀਗੇ ਪ੍ਰੋਫਿਟ ਦਾ। ਬਟ ਹੁਣ ਕੀ ਹੋ ਗਿਆ, ਇੱਕ ਸੀ ਪਾਰਟਨਰ ਚਲੇ ਗਿਆ ਤਾਂ ਜਿਹੜੇ ਏ ਤੇ ਬੀ ਨੇ ਉਹ ਇੱਕ ਬੀ ਨੂੰ 60 ਚ ਡਿਸਟ੍ਰੀਬਿਊਟ ਕਰਨਗੇ ਜੇ ਇਕੁਅਲੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੀ ਗੱਲ ਕਰ ਰਹੇ। ਸੋ ਉਹਨਾਂ ਦਾ ਪ੍ਰੋਫਿਟ ਇਨਕਰੀਜ਼ ਕਰ ਗਿਆ। ਸੀ ਆਪਣਾ ਪ੍ਰੋਫਿਟ ਦਾ ਹਿੱਸਾ ਕਿਹਨਾਂ ਨੂੰ ਦੇ ਕੇ ਜਾ ਰਿਹਾ, ਏ ਤੇ ਬੀ ਨੂੰ। ਇਸ ਕਰਕੇ ਏ ਤੇ ਬੀ ਨੂੰ ਕੁਛ ਨਾ ਕੁਛ ਕੌਨਸੈਂਟ ਮੀਨਸ ਕੁਛ ਨਾ ਕੁਛ ਪੇ ਆਊਟ ਕਰਨਾ ਪੈਂਦਾ ਜਿਹੜਾ ਰਿਟਾਇਰਿੰਗ ਪਾਰਟਨਰ ਹੈ। ਕਲੀਅਰ ਬੱਚਿਓ। ਨੈਕਸਟ ਵਨ, ਰਿਟਾਇਰਿੰਗ ਪਾਰਟਨਰ ਗਿਵਸ ਦਾ ਰਿਟਨ ਨੋਟਿਸ ਟੂ ਦਾ ਰਿਮੇਨਿੰਗ ਪਾਰਟਨਰ। ਇਹ ਬੜਾ ਇੰਪੋਰਟੈਂਟ ਪੁਆਇੰਟ ਆ ਬੱਚਿਓ। ਜਿਹੜਾ ਵੀ ਪਰਸਨ ਰਿਟਾਇਰ ਹੋ ਰਿਹਾ ਉਹਨੂੰ ਰਿਟਨ ਨੋਟਿਸ ਦੇਣਾ ਹੀ ਪੈਣਾ ਕਿ ਮੈਂ ਰਿਟਾਇਰਮੈਂਟ ਲੈ ਲਈ। ਅਦਰਵਾਈਜ਼ ਕੀ ਹੋਊਗਾ, ਜਿੰਨੀ ਦੇਰ ਉਹਦੀ ਰਿਟਾਇਰਮੈਂਟ ਦੇ ਰਿਟਨ ਨੋਟਿਸ ਪਬਲਿਕਲੀ ਨਹੀਂ ਇਸ਼ੂ ਹੋਊਗਾ ਦੈਨ ਉਨੀ ਦੇਰ ਉਹ ਲਾਇਬਲ ਹੋਊਗਾ ਪੇ ਆਊਟ ਕਰਨ ਦੇ। ਆਏ ਨਹੀਂ ਕਿ ਜੀ ਉਹ ਰਿਟਾਇਰ ਹੋ ਗਿਆ ਤੇ ਫੋਨ ਤੇ ਕਹਦੇ ਜੀ ਮੇਰਾ ਰਿਟਾਇਰ ਹੈ, ਮੈਂ ਤਾਂ ਇਸ ਤੋਂ ਬਾਅਦ ਕੰਮ ਨਹੀਂ ਕਰਨਾ ਤੇ ਮੈਂ ਤਾਂ ਘਰੇ ਬੈਠਣ ਲੱਗਿਆ ਤੇ ਬਿਜ਼ਨਸ ਫਰਮ ਦੇ ਵਿੱਚ ਕੋਈ ਵੀ ਹਿੱਸਾ ਨਾ ਪਾਵੇ। ਤੇ ਜਦੋਂ ਸਾਲ ਦਾ ਐਂਡ ਹੋ ਗਿਆ ਤੇ ਕੰਪਨੀ ਨੂੰ ਪ੍ਰੋਫਿਟ ਵਧੀਆ ਹੋਏ ਤੇ ਉਸ ਤਾਂ ਉੱਠ ਕੇ ਆ ਜੇ ਜੀ ਮੈਨੂੰ ਤਾਂ ਪ੍ਰੋਫਿਟ ਚਾਹੀਦਾ। ਕਿਉਂ ਤੇ 올ਡ ਪਾਰਟਨਰ ਕੀ ਕਹਿਣਗੇ, ਜੇ ਅਸੀਂ ਤੁਹਾਨੂੰ ਨਹੀਂ ਦੇਣਾ, ਕਿਉਂਕਿ ਉਹਨਾਂ ਕੋਲ ਤਾਂ ਕੋਈ ਪ੍ਰੂਫ ਹੀ ਨਹੀਂ ਕਿ ਪਰਸਨ ਰਿਟਾਇਰ ਹੋ ਚੁੱਕਿਆ। ਸੋ ਉਨੀ ਦੇਰ ਰਿਟਾਇਰਮੈਂਟ ਦੇ ਵਿੱਚ ਨਹੀਂ ਮੰਨਿਆ ਜਾਂਦਾ ਫਰਮ ਦੇ ਵਿੱਚ ਕਿ ਪਰਸਨ ਰਿਟਾਇਰ ਹੋ ਗਿਆ ਜਿੰਨੀ ਦੇਰ ਉਹ ਰਿਟਨ ਨੋਟਿਸ ਨਹੀਂ ਦਿੰਦਾ। ਈਵਨ ਉਨੀ ਦੇਰ ਤੱਕ ਜਿਹੜਾ ਰਿਟਾਇਰਿੰਗ ਪਾਰਟਨਰ ਆ, ਜੇ ਉਹਨੇ ਨੋਟਿਸ ਨਹੀਂ ਦਿੱਤਾ ਉਦਾਂ ਹੀ ਅਨਾਉਂਸ ਕਰਤਾ, ਉਨੀ ਦੇਰ ਉਹ ਜਿੰਨੀਆਂ ਵੀ ਫਰਮ ਦੀਆਂ ਲਾਇਬਿਲਿਟੀਜ਼ ਬਣਨੀਆਂ ਉਹਨੂੰ ਪੇ ਆਊਟ ਕਰਨੀਆਂ ਪੈਣੀਆਂ। ਆਈਦਰ ਹੀ ਪਾਰਟਿਸਿਪੇਟ ਔਰ ਨਾਟ ਪਾਰਟਿਸਿਪੇਟ, ਕਿਉਂਕਿ ਉਹਨੇ ਰਿਟਰਨ ਦੇ ਵਿੱਚ ਕੋਈ ਪ੍ਰੂਫ ਨਹੀਂ ਦਿੱਤਾ ਕਿ ਮੈਂ ਰਿਟਾਇਰਮੈਂਟ ਲੈ ਰਿਹਾ। ਸੋ ਰਿਟਾਇਰਮੈਂਟ ਪਾਰਟਨਰ ਗਿਵ ਅ ਰਿਟਨ ਨੋਟਿਸ ਟੂ ਦਾ ਰਿਮੇਨਿੰਗ ਪਾਰਟਨਰ। ਕਲੀਅਰ ਬੱਚੋ। ਸੋ ਉਹਨੂੰ ਜਿਹੜੇ ਰਿਮੇਨਿੰਗ ਪਾਰਟਨਰ ਮੀਨਸ ਆਲਰੇਡੀ ਫਰਮ ਦੇ ਵਿੱਚ ਹਜੇ ਕੰਟੀਨਿਊਟੀ ਕਰਨਗੇ ਬਿਜ਼ਨਸ ਨੂੰ, ਉਹਨਾਂ ਨੂੰ ਰਿਟਨ ਨੋਟਿਸ ਦੇਣਾ ਹੀ ਪੈਣਾ। ਸੋ ਨੈਕਸਟ ਹੁਣ ਇੱਕ ਆਪਾਂ ਐਗਜ਼ਾਮਪਲ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਨੂੰ ਕਿ ਰਿਟਾਇਰਮੈਂਟ ਪਾਰਟਨਰ ਨਾਲ ਹੁੰਦਾ ਕੀ ਆ ਉਹਦੇ ਆਉਣ ਨਾਲ ਜਾਂ ਜਾਣ ਨਾਲ। ਦੇਖੋ ਐਡਮਿਸ਼ਨ ਦੇ ਵਿੱਚ ਕੀ ਹੋਇਆ ਸੀਗਾ ਕਿ 2 ਪਰਸਨ ਸੀਗੇ, ਏ ਤੇ ਬੀ, ਤੇ ਇੱਕ ਤੀਸਰਾ ਪਰਸਨ ਐਂਟਰ ਕਰਦਾ ਸੀ, ਨਿਊ ਪਾਰਟਨਰ ਏ ਬੀ ਤੇ ਸੀ ਹੁੰਦੇ ਸੀਗੇ। ਕਲੀਅਰ। ਇਹ ਸੀਗਾ ਐਡਮਿਸ਼ਨ ਆਫ ਪਾਰਟਨਰ। ਤੇ ਇਹਦੇ ਵਿੱਚ ਕੀ ਹੁੰਦਾ ਸੀਗਾ, ਤੇ ਜੇ ਏ ਤੇ ਬੀ ਦਾ 3-2 ਹਿੱਸਾ ਵਾ ਤਾਂ ਸੀ ਦੇ ਆਉਣ ਨਾਲ ਏ ਤੇ ਬੀ ਨੂੰ ਆਪਦਾ ਕੁਛ ਨਾ ਕੁਛ ਹਿੱਸਾ ਸੀ ਨੂੰ ਦੇਣਾ ਪੈਂਦਾ ਸੀ, ਕੁਛ ਨਾ ਕੁਛ ਹਿੱਸਾ ਸੀ ਨੂੰ ਦੇਣਾ ਪੈਂਦਾ ਸੀਗਾ। ਦੈਟ ਮੀਨਸ ਇਹ ਸੈਕਰੀਫਾਈਸ ਕਰਦੇ ਸੀਗੇ। ਏ ਤੇ ਬੀ ਕੀ ਸੀਗਾ, ਸੈਕਰੀਫਾਈਸ ਕਰਦੇ ਸੀਗੇ, ਹਨਾ। ਮਤਲਬ ਕੁਛ ਨਾ ਕੁਛ ਉਹਨਾਂ ਨੂੰ ਘਾਟਾ ਪੈਂਦਾ ਸੀ, ਆਪਣਾ ਪ੍ਰੋਫਿਟ ਦਾ ਹਿੱਸਾ ਤੀਸਰੇ ਪਾਰਟਨਰ ਨੂੰ ਦੇਣਾ ਪੈਂਦਾ ਸੀ। ਬਟ ਔਨ ਦਾ ਰਿਟਾਇਰਮੈਂਟ, ਹੁਣ ਦੇਖੋ ਔਨ ਦਾ ਰਿਟਾਇਰਮੈਂਟ, ਜੇ ਰਿਟਾਇਰਮੈਂਟ ਆਫ ਪਾਰਟਨਰ ਫਿਰ ਕੀ ਹੁੰਦਾ, ਸਪੋਜ਼ ਕਰੋ ਏ ਬੀ ਸੀ 3 ਪਾਰਟਨਰ ਨੇ ਔਰ ਅਪਰੋਕਸੀਮੇਟ ਮੰਨ ਕੇ ਚੱਲੋ ਕਿ ਇਹਨਾਂ ਦੀ ਰੇਸ਼ੋ 3:2:1 ਇਹ 3 ਪਾਰਟਨਰ। क्लियर बच्चे। और
बी मन के चलो भी रिटायर हो रहा, बी ने रिटायरमेंट अनाउंस करती, और जे बी रिटायरमेंट अनाउंस कर रहा तो ए ते बी दी रेशो च फर्क पऊगा कि नहीं पऊगा। आप इत्थे एक एग्जाम्पल दे रहे समझे 3 4 5 6 आप उस देखो सपोज करो कि 1,20,000 रुपया ले लो कि 1,20,000 रुपया प्रॉफिट है, जिन्ना मर्जी लै सकते 1 20 1 50 1 60 कैलकुलेशन ईजी हो जाएगी तो ले लिया डिवाइड बाय 6 हो जाऊगा। सो जे 1,20,000 रुपया वा प्रॉफिट कंपनी का ते ਉਹਦੇ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਤਾਂ ਉਹਨਾਂ 'ਚ ਪ੍ਰੋਫਿਟ ਕਿੰਨਾ ਡਿਸਟ੍ਰੀਬਿਊਟ ਹੋ ਰਿਹਾ, ਇਹ 60,000 40,000 ਤੇ 20,000 ਇਹ ਪ੍ਰੋਫਿਟ ਇਹਨਾਂ 'ਚ ਡਿਸਟ੍ਰੀਬਿਊਟ ਹੋ ਰਿਹਾ। ਹੁਣ ਬੀ ਰਿਟਾਇਰ ਹੋ ਰਿਹਾ ਆਫਟਰ ਰਿਟਾਇਰਮੈਂਟ, ਮੈਂ ਇੱਥੇ ਜਸਟ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਫੈਕਟ ਪੈਂਦਾ ਆਫਟਰ ਰਿਟਾਇਰਮੈਂਟ। ਆਫਟਰ ਰਿਟਾਇਰਮੈਂਟ ਕੀ ਹੋਊਗਾ ਵੀ ਜੇ ਬੀ रिटायर हो रहा तो अपना हिस्सा अपने प्रॉफिट का हिस्सा ए ते सी नू देके जाऊगा ना, अपने प्रॉफिट का हिस्सा ए ते सी नू डिस्ट्रीब्यूट करके जाऊगा ना। चलो मन लेने आप इत्थे एग्जांपल लेने कि वो कहता कि बी कह रहा कि मैं रिटायर हो रहा, अज तो बाद मेरे प्रॉफिट का हिस्सा इक्वली ए ते सी दे विच डिस्ट्रीब्यूट किया जाऊगा। मैं इत्थे लिख देना बी रिटायर ताकि तुहानू समझण ईजी हो जाए, एंड इक्वली डिस्ट्रीब्यूट his share between remaining partner। ਹੁਣ ਰਿਮੇਨਿੰਗ ਪਾਰਟਨਰਸ ਦੇ ਵਿੱਚ ਜੇ ਇਕੁਅਲੀ ਡਿਸਟ੍ਰੀਬਿਊਟ ਹੋਊਗਾ ਤਾਂ A ਨੂੰ ਕਿੰਨਾ ਆਊਗਾ, B A ਤੇ C ਨੂੰ ਕਿੰਨਾ ਆਊ, 40,000 ਸੀਗਾ, ਦੈਟ ਮੀਨਸ 20,000 A ਨੂੰ ਤੇ 20,000 ਚੱਕ ਕੇ ਆਪਾਂ C ਨੂੰ ਦੇ ਦਾਂਗੇ, ਹਨਾ। ਇਦਾਂ ਹੀ ਆ ਜਾਂ ਤੁਸੀਂ ਇਦਾਂ ਕਹਿ ਸਕਦੇ ਹੋ ਕਿ ਜਿਹੜੀ ਆ 2 ਰੇਸ਼ੋ ਸੀ A ਇੱਧਰ ਵੀ ਚਲੇ ਜਾਊਗਾ ਇੱਧਰ ਵੀ ਚਲੇ ਜਾਊਗਾ। ਸੋ A ਦੀ ਰੇਸ਼ੋ ਕਿੰਨੀ ਹੋ ਜਾਊਗੀ 4 ਔਰ C ਦੀ ਰੇਸ਼ੋ ਕਿੰਨੀ ਹੋ ਜਾਊਗੀ 2। 1 ਹਿੱਸਾ ਉਹਨੇ A ਤੇ B ਚ ਡਿਸਟ੍ਰੀਬਿਊਟ ਕਰਤਾ ਨਾ, ਬੱਚੇ ਸਮਝ ਲਓ ਨਾ ਕਿ ਹਾਫ ਇਹਨੇ ਇੱਧਰ ਐਡ ਆਨ ਕਰਤਾ, ਹਾਫ ਇਹਨੇ ਇੱਧਰ, ਦੈਟ ਮੀਨਸ 1 ਇੱਕ ਹਿੱਸਾ ਇੱਧਰ ਦੇਤਾ ਇੱਕ ਹਿੱਸਾ ਇੱਧਰ ਦੇਤਾ, ਜੇ B ਕੋਲੇ 2 ਆ ਸੋ 4 2 ਹੋ ਜੂਗੀ ਰੇਸ਼ੋ। ਇਹ ਆਪਾਂ ਦੂਸਰੇ ਲੋਟ ਵੀ ਕੈਲਕੂਲੇਟ ਕਰ ਸਕਦੇ ਹਾਂ, ਇਹ ਜਦ ਸਮਝਣ ਲਈ ਹਜੇ ਆਪਾਂ ਸ਼ਾਰਟਕਟ ਚੱਲ ਰਹੇ ਆਪਾਂ ਦੁਬਾਰਾ ਚੰਗੀ ਤਰ੍ਹਾਂ ਸਮਝਾਂਗੇ ਇਸ ਚੀਜ਼ ਨੂੰ। ਹਜੇ ਤਾਂ ਮੈਂ ਕਨਸੈਪਟ ਸਮਝਾ ਰਿਹਾ ਕਿ ਇਫੈਕਟ ਕਿੰਨਾ ਪੈਂਦਾ। ਦੇਖੋ ਹੁਣ ਇਹਨੂੰ ਕਿੰਨਾ ਬੈਨੀਫਿਟ ਮਿਲੂਗਾ ਜੇ 1,20,000 ਰੁਪਇਆ, ਜੇ 1,20,000 ਰੁਪਇਆ ਵਾ ਤਾਂ ਇਹਨੂੰ ਕਿੰਨਾ ਮਿਲੂਗਾ 80,000 ਰੁਪਇਆ, ਔਰ ਇਹਨੂੰ ਕਿੰਨਾ ਮਿਲੂਗਾ 40,000 ਰੁਪਇਆ। ਦੇਖੋ ਬੀ ਦੇ ਰਿਟਾਇਰਮੈਂਟ ਹੋਣ ਤੋਂ ਬਾਅਦ ਇਹਨਾਂ ਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ A ਤੇ C ਨੂੰ, ਜਸਟ ਆਪਾਂ ਹਜੇ ਇਹੀ ਦੇਖਣਾ। ਫਾਇਦਾ ਹੁੰਦਾ ਕਿੱਥੇ ਤਾਂ ਉਹਨੂੰ 60,000 ਮਿਲਦਾ ਸੀ ਤੇ ਕਿੱਥੇ A ਨੂੰ 80,000 ਮਿਲਣ ਲੱਗ ਗਿਆ, ਕਿੱਥੇ C ਨੂੰ 20,000 ਮਿਲਦਾ ਸੀ ਤੇ ਕਿੱਥੇ 40,000 ਮਿਲਣ ਲੱਗ ਗਿਆ। ਕਲੀਅਰ ਬੱਚਿਓ। ਸੋ ਇਹ ਕੀ ਆ ਬੈਨੀਫਿਟ ਮਿਲਦਾ ਵਾ। ਸੋ ਜਦੋਂ ਵੀ ਕੋਈ ਕੋਈ ਵੀ ਪਾਰਟਨਰ ਜਿਹੜਾ ਰਿਟਾਇਰ ਹੋ ਰਿਹਾ ਆਈਦਰ A ਆਈਦਰ B ਆਈਦਰ C, ਤਾਂ ਜਿਹੜੇ ਪਿੱਛੇ ਰਿਮੇਨਿੰਗ ਪਾਰਟਨਰਸ ਰਹਿ ਜਾਂਦੇ ਆ ਉਹਨਾਂ ਨੂੰ ਕੀ ਹੁੰਦਾ ਬੱਚੇ, ਉਹਨਾਂ ਨੂੰ ਗੇਨ ਹੁੰਦਾ। ਕਲੀਅਰ। ਉਹ ਪਾਰਟਨਰਸ ਨੂੰ ਗੇਨ ਹੋਊਗਾ ਕਿਹਨਾਂ ਨੂੰ, ਜਿਹੜੇ ਰਿਮੇਨਿੰਗ ਪਾਰਟਨਰ ਸੀਗੇ। ਕਲੀਅਰ। ਸੋ ਆਪਾਂ ਇਸੇ ਕਨਸੈਪਟ ਨੂੰ ਹੁਣ ਚੰਗੀ ਤਰ੍ਹਾਂ ਸਮਝਾਂਗੇ ਕਿ ਰਿਮੇਨਿੰਗ ਪਾਰਟਨਰਸ ਨੂੰ ਗੇਨ ਹੁੰਦਾ ਔਰ ਕਿਵੇਂ ਨਿਊ ਰੇਸ਼ੋ ਕੈਲਕੂਲੇਟ ਕੀਤੀ ਜਾਂਦੀ ਹੈ। ਕਲੀਅਰ ਬੱਚੋ। ਸੋ ਹੁਣ ਆਪਾਂ ਇਸ ਚੀਜ਼ ਨੂੰ ਪ੍ਰੈਕਟੀਕਲੀ ਵੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬੱਚੇ, ਹੁਣ ਆਪਾਂ ਰਿਟਾਇਰਮੈਂਟ ਆਫ ਦੇ ਅੰਦਰ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੈਲਕੂਲੇਟ ਕਰਨ ਦਾ ਤਰੀਕਾ ਸਿੱਖਾਂਗੇ ਕਿ ਜੇ ਇੱਕ ਪਰਸਨ ਰਿਟਾਇਰ ਹੁੰਦਾ ਤਾਂ ਰੇਸ਼ੋ ਕਿਵੇਂ ਕੈਲਕੂਲੇਟ ਕੀਤੀ ਜਾਂਦੀ, ਕਿਉਂਕਿ ਚੇਂਜਸ ਤਾਂ ਆਉਣਗੀਆਂ ਰੇਸ਼ੋ ਦੇ ਅੰਦਰ, ਇਹ ਤਾਂ ਸ਼ੋਰ ਆ ਕਿ ਕੋਈ ਨਾ ਕੋਈ ਬੈਨੀਫਿਟ ਤਾਂ ਜਿਹੜੇ ਰਿਮੇਨਿੰਗ ਪਾਰਟਨਰਸ ਨੂੰ ਮਿਲੂਗਾ। ਹੁਣ ਉਹਨੂੰ ਕੈਲਕੂਲੇਟ ਕਰਨ ਦਾ ਤਰੀਕਾ ਕੀ ਆ ਬੱਚੇ? ਅਸਲ ਦੇ ਵਿੱਚ ਜਿਹੜੀ ਤੁਹਾਡੇ ਬੁੱਕਸ ਦੇ ਵਿੱਚ ਆ ਉਹ 2 ਤਰੀਕੇ ਨੇ। ਦੇਖੋ ਪਹਿਲਾਂ ਓਰਲੀ ਸਮਝ ਲਓ। ਦੇਖੋ 2 ਗੱਲਾਂ ਨੇ, ਇੱਕ ਪਾਰਟਨਰ ਰਿਟਾਇਰ ਹੋ ਕੇ ਜਾ ਰਿਹਾ ਤਾਂ ਉਹ ਜਾਂ ਤਾਂ ਕਹਿ ਕੇ ਜਾਊਗਾ A ਤੇ B ਨੂੰ, ਸਪੋਜ਼ ਕਰੋ C ਪਾਰਟਨਰ ਰਿਟਾਇਰ ਹੋ ਕੇ ਜਾ ਰਿਹਾ ਤਾਂ A ਨੂੰ ਕਹੂਗਾ ਕਿ ਅੱਜ ਤੋਂ ਬਾਅਦ ਤੂੰ ਇੰਨਾ ਹਿੱਸਾ ਲੈ ਲੈ, ਔਰ B ਨੂੰ ਕਹੂਗਾ ਤੂੰ ਇੰਨਾ ਹਿੱਸਾ ਲੈ ਲੈ। ਇੱਕ ਤਾਂ ਇਹ ਗੱਲ ਹੋ ਗਈ। ਇੱਕ ਹੈਗਾ ਕਿ ਪਰਸਨ ਚੁੱਪ ਕਰਕੇ ਰਿਟਾਇਰ ਹੋ ਕੇ ਚਲਾ ਗਿਆ, ਉਹਨੇ ਕੁਝ ਦੱਸਿਆ ਹੀ ਨਹੀਂ ਵੀ ਮੈਂ ਆਪਣਾ ਹਿੱਸਾ ਕਿਹਨੂੰ ਕਿੰਨਾ ਦੇਣਾ ਵਾ। ਕਲੀਅਰ ਬੱਚੇ। ਸੋ ਇਸ ਤਰੀਕੇ ਨਾਲ 2 ਕੇਸਿਸ ਹੋਣਗੇ ਤੁਹਾਡੇ ਕੋਲ। ਪਹਿਲਾ ਕੇਸ ਕੀ ਹੋਊਗਾ, ਆਪਾਂ ਈਜ਼ੀ ਵਨ ਪਹਿਲਾਂ ਲੈ ਲੈਣਾ, ਵੈਨ ਨੋ ਇਨਫੋਰਮੇਸ਼ਨ ਗਿਵਨ। on retirement, कादी इंफॉर्मेशन रिगार्डिंग न्यू रेशो,
when no information given on retirement of partner regarding new ratio। ठीक है जी। दूसरे पासे when इंफॉर्मेशन गिवन, बस आप इन्हें लिख लेने, आप समझने की कोशिश करते हैं। when information given regarding न्यू रेशो ਵੀ ਜਿਹੜੀ ओल्ड पार्टनर्स है उन्होंने कितनी रेशो होगी। क्लीयर। सो आप फर्स्ट केस करते हैं when no information given। सपोज करो A B C तीन पार्टनर सीगे ते तिन्ना च आप वही सेम रेशो 3 2 1 3 2 1 ले। और सपोज करो B रिटायर हो गया, मैं इत्थे लिखदा B रिटायर हो गया। ਜਦੋਂ B ਰਿਟਾਇਰ ਹੋ ਗਿਆ ਉਹਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਆਪਾਂ ਨੂੰ ਕਿ ਫਰਮ ਦੇ ਵਿੱਚ ਮਤਲਬ ਰਿਮੇਨਿੰਗ ਪਾਰਟ, ਆਪਾਂ ਨੂੰ ਕੁਐਸਚਨ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਰਿਮੇਨਿੰਗ ਪਾਰਟਨਰਸ ਦੀ ਕਿਹੜੀ ਰੇਸ਼ੋ ਆ ਜਾਂ B ਆਪਣਾ ਕਿੰਨਾ ਕਿਹਨੂੰ ਸ਼ੇਅਰ ਦੇ ਕੇ ਚੱਲਿਆ। ਜਦੋਂ ਇਹ ਚੀਜ਼ ਨਹੀਂ ਗਿਵਨ ਤਾਂ ਆਪਾਂ ਇੱਕੋ ਗੱਲ ਮੰਨਣੀ ਹੈ ਕਿ B ਚਲਿਆ ਗਿਆ ਤੇ ਜਿਹੜੀ A ਤੇ C ਦੀ ਜਿਹੜੀ ਰੇਸ਼ੋ ਆ ਉਹ ਸੇਮ ਰਹੂਗੀ। ਉਹੀ ਉਹਨਾਂ ਦੀ ਗੇਨਿੰਗ ਰੇਸ਼ੋ ਹੋਊਗੀ, ਉਹੀ ਉਹਨਾਂ ਦੀ फ्यूचर प्रॉफिट शेयरिंग रेशियो होगी। जे बी रिटायर हो गया, नो इन्फॉर्मेशन गिवन, मैं इथे लिख देना नो इन्फॉर्मेशन, देन ए ते सी दी जिहड़ी फ्यूचर दे विच न्यू रेशो रहूगी, न्यू रेशो वो कितनी होगी 3:1। कोई चेंजेस नहीं आउणगे। क्लीयर बच्चों। और अच्छा हुण सी दे बी दे जाण नाल ਇਹ ਤਾਂ ਪਤਾ ਹੀ ਕਰਨਾ ਪੈਣਾ ਨਾ ਵੀ A ਤੇ B ਨੂੰ ਕਿੰਨਾ ਫਾਇਦਾ, A ਤੇ C ਨੂੰ ਕਿੰਨਾ ਫਾਇਦਾ ਹੈ। ਸੋ ਆਪਾਂ ਇਹੀ ਮੰਨ ਕੇ ਚੱਲਾਂਗੇ ਜਿਹੜਾ ਉਹਨਾਂ ਦਾ ਗੇਨਿੰਗ ਰੇਸ਼ੋ ਆ ਉਹ ਵੀ ਸੇਮ ਰਹੂਗੀ A ਤੇ C ਦੀ। ਕਲੀਅਰ। ਇਹ ਗੱਲ ਯਾਦ ਰੱਖਿਓ। ਐਸੇ ਕਰਕੇ ਇਹ ਸਭ ਤੋਂ ਸੌਖਾ ਕਨਸੈਪਟ ਮੰਨਿਆ ਜਾਂਦਾ ਕਿ ਜਦੋਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਨਾ ਗਿਵਨ ਹੋਵੇ ਤਾਂ ਆਪਣੀ ਜਿਹੜੀ 올ਡ ਰੇਸ਼ੋ ਆ ਉਹੀ ਫਿਊਚਰ ਦੀ ਨਿਊ ਰੇਸ਼ੋ ਬਣ ਜਾਂਦੀ ਆ ਤੇ ਉਹੀ ਉਹਨਾਂ ਦੀ ਗੇਨਿੰਗ ਰੇਸ਼ੋ ਬਣ ਜਾਂਦੀ ਆ। क्लियर बच्चों। आई होप तुम समझ लग गया हुआ। ये अंदर सो एक चीज होर एड ऑन कर दो। मान लो कि जे C रिटायर हो गया, आप कॉन्सेप्ट ਨੂੰ ਹੋਰ क्लियर कर लेना। जे C रिटायर हो गया ਤਾਂ A ਤੇ B ਦੀ ਰੇਸ਼ੋ ਕੀ ਹੋ ਜੂਗੀ 3:2। ਕੋਈ ਚੇਂजेस ਨਹੀਂ। ਇਹੀ ਇਹਨਾਂ ਦੀ ਫਿਊਚਰ ਰੇਸ਼ੋ ਆ। क्लियर बच्चों। ਫਿਊਚਰ ਰੇਸ਼ੋ और ਇਹੀ ਇਹਨਾਂ ਦੀ ਗੇਨਿੰਗ ਰੇਸ਼ੋ ਹੋਊਗੀ A ਤੇ B ਦੀ ਕਿੰਨੀ 3:2। ਸੋ ਔਨ। जे A रिटायर हो गया ਤਾਂ ਵੀ ਇਦਾਂ ਹੀ ਚੱਲੂਗਾ। क्लियर बच्चों। आई होप ਤੁਹਾਡਾ ਇਹ ਵਾਲਾ ਕਨਸੈਪਟ क्लियर ਹੋ ਗਿਆ ਹੋਊਗਾ। ਜਦੋਂ ਕੋਈ ਇਨਫੋਰਮੇਸ਼ਨ ਨਹੀਂ ਗਿਵਨ ਫਿਰ ਪੁਰਾਣੀ ਰੇਸ਼ੋ ਚੱਲੂਗੀ। ਸੇਮ ਗੇਨਿੰਗ ਵੀ ਮੰਨਾਂਗੇ। ਇਹ ਪ੍ਰੈਕਟੀਕਲੀ ਵੇ ਦੇ ਨਾਲ ਵੀ ਤੁਹਾਨੂੰ ਮੈਂ ਕਰਕੇ ਦਿਖਾਉਂਗਾ ਅੱਗੇ। ਇਹ ਚੀਜ਼ ਪ੍ਰੈਕਟੀਕਲੀ ਵੇ ਦੇ ਨਾਲ ਵੀ ਆਪਾਂ ਅੱਗੇ ਕਰਾਂਗੇ। ਹੁਣ ਆਓ ਤੁਸੀਂ ਸੈਕੰਡ ਕਨਸੈਪਟ ਤੇ। ਸੈਕੰਡ ਕਨਸੈਪਟ ਕੀ ਆ ਵੈਨ ਇਨਫੋਰਮੇਸ਼ਨ ਇਜ਼ ਗਿਵਨ। ਕਹਿੰਦਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਗਿਵਨ ਹੋਊਗੀ। ਹੁਣ ਗਿਵਨ ਕਿਵੇਂ ਹੋ ਸਕਦੀ ਆ ਦੇਖੋ, ਇਹ ਸੈਕੰਡ ਪਾਰਟ ਆ। ਜਦੋਂ ਆਪਾਂ ਨੂੰ ਗਿਵਨ ਆ ਸਪੋਜ਼ ਕਰੋ A B C ਤਿੰਨ ਪਾਰਟਨਰ ਨੇ 3 2 1 ਸਿੰਪਲ ਜਿਹਾ ਪ੍ਰੋਸੈਸ 3 2 1 ਰੇਸ਼ੋ ਆ ਔਰ ਇਹਦੇ ਵਿੱਚ B ਕਹਿ ਕੇ ਚੱਲਿਆ ਜਿਵੇਂ ਆਪਾਂ ਲਾਸਟ ਸਟਾਰਟਿੰਗ ਦੇ ਵਿੱਚ ਆਪਾਂ ਐਗਜ਼ਾਮਪਲ ਲਈ ਸੀ ਕਿ B ਦੱਸ ਕੇ ਚੱਲਿਆ ਵਾ ਕਿ ਉਹ ਰਿਟਾਇਰ ਹੋ ਰਿਹਾ ਔਰ ਉਹ ਆਪਣਾ ਕਿੰਨਾ ਸ਼ੇਅਰ A ਨੂੰ ਤੇ ਕਿੰਨਾ ਸ਼ੇਅਰ C ਨੂੰ ਦੇ ਕੇ ਚੱਲਿਆ ਵਾ। ਮੈਂ ਇੱਥੇ ਇੱਕ ਲਾਈਨ ਐਡ ਕਰ ਦਿੰਦਾ ਕਿ ਉਹ ਕਿਵੇਂ ਲਿਖੀ ਜਾਊਗੀ। ਸਪੋਜ਼ ਕਰੋ ਲਿਖ ਦਿੰਦਾ his share B retire and his share taken by A and C। ਹੁਣ ਚਾਹੇ ਇੱਥੇ ਇਕੁਅਲੀ ਲਿਖ ਲਓ ਚਾਹੇ ਇੱਥੇ 2:1 ਲਿਖ ਲਓ ਮਤਲਬ ਵਟਐਵਰ ਨੂੰ ਚੇਂਜ ਕਰ ਲਓ। ਆਪਾਂ ਇੱਥੇ 2:1 ਲਿਖ ਲੈਂਦੇ ਆ ਕਿ ਉਹ ਆਪਣਾ ਜਿਹੜਾ ਹਿੱਸਾ ਵਾ ਉਹ 2:1 ਦੇ ਹਿਸਾਬ ਨਾਲ ਚਲੋ ਇਕੁਅਲੀ 1:1 ਦੇ ਹਿਸਾਬ ਨਾਲ ਡਿਸਟ੍ਰੀਬਿਊਟ ਕਰਕੇ ਚੱਲਿਆ ਕਿਉਂਕਿ ਇੱਥੇ ਆਲਰੇਡੀ 2 ਆ। ਸੋ 1:1 ਦੇ ਹਿਸਾਬ ਨਾਲ ਉਹ ਡਿਸਟ੍ਰੀਬਿਊਟ ਕਰਕੇ ਚੱਲਿਆ ਵਾ। ਕਲੀਅਰ। ਸੋ ਹੁਣ ਆਪਾਂ ਇਹਦੀ ਐਡਜਸਟਮੈਂਟ ਕਿਵੇਂ ਕਰਾਂਗੇ। ਸੋ ਇਹਦੇ ਵਿੱਚ ਉਹਦੀ ਗੇਨਿੰਗ ਰੇਸ਼ੋ ਵੀ ਇਫੈਕਟ ਕਰੂਗੀ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਗਿਵਨ ਕਰਤਾ ਕਿ ਉਹ ਇੰਨਾ ਦੇ ਉਹਨੂੰ ਦੇ ਕੇ ਚੱਲਿਆ ਤੇ ਉਹ B ਨੂੰ A ਨੂੰ ਇੰਨਾ ਦੇ ਕੇ ਚੱਲਿਆ C ਨੂੰ ਇੰਨਾ ਦੇ ਕੇ ਚੱਲਿਆ। ਸੋ ਇੱਥੇ ਉਹਨਾਂ ਦੀ ਜਿਹੜੀ ਗੇਨਿੰਗ ਰੇਸ਼ੋ ਆ ਉਹ ਅਲੱਗ ਹੋਊਗੀ ਫਿਊਚਰ ਜਿਹੜੀ ਰੇਸ਼ੋ ਆ ਉਹ ਅਲੱਗ ਹੋਊਗੀ। ਆ ਜੋ ਆਪਾਂ ਕੈਲਕੂਲੇਟ ਕਰਦੇ ਹਾਂ ਕਿ ਕਿਵੇਂ ਕਿਵੇਂ ਹੋਊਗੀ। ਹੁਣ ਬੱਚੇ ਕੀ ਆ ਇਹ ਦੇਖੋ ਇਹ ਇਕੁਅਲੀ ਆ ਮਤਲਬ 1:1 ਤਾਂ ਇਕੁਅਲ ਲਿਖ ਸਕਦੇ ਇਹਨੂੰ ਇਕੁਅਲੀ ਆ। ਇਕੁਅਲੀ ਮੀਨਸ
ਦੇਖੋ ਹੁਣ ਜੇ ਤੁਸੀਂ ਬੀ ਦਾ ਹਿੱਸਾ ਬੀ ਸ਼ੇਅਰ, ਬੀ ਦਾ ਸ਼ੇਅਰ ਕਿੰਨਾ 2/6 2/6 2/6 ਆ ਤਾਂ ਉਹਦਾ ਇਕੁਅਲੀ ਕਿਹਦੇ ਵਿੱਚ ਡਿਸਟ੍ਰੀਬਿਊਟ ਕਰਨਾ A ਤੇ C ਦੇ ਵਿੱਚ। ਸੋ A ਦਾ ਕਿੰਨਾ ਹੋਊਗਾ ਦੋਨਾਂ ਦਾ, ਜਦੋਂ ਬੱਚੇ ਇਕੁਅਲੀ ਡਿਸਟ੍ਰੀਬਿਊਟ ਕਰਨਾ ਹੋਵੇ ਆਪਾਂ ਹਾਫ ਕਰਦੇ ਹਮੇਸ਼ਾ। ਜੇ ਕਹਿਣ ਦਾ ਮਤਲਬ ਜੇ ਆਪਾਂ ਦੇਖੋ 10 ਆ 10 ਨੂੰ ਦੋਵੇਂ ਪਾਸੇ ਹਿੱਸਿਆਂ 'ਚ ਬਣਨਾ ਹੋਵੇ ਤਾਂ 2 ਨਾਲ ਡਿਵਾਈਡ ਕਰਦੇ ਆ 5 ਆ ਜਾਊਗਾ। ਇੱਥੇ ਵੀ ਆਪਾਂ 2 ਨਾਲ ਡਿਵਾਈਡ ਕਰ ਰਹੇ ਹਾਂ, ਉਹ ਰੈਸੀਪ੍ਰੋਕਲ ਹੋ ਕੇ 1/2 ਬਣ ਜਾਂਦਾ। ਸੋ ਇੱਥੇ ਉਹਦਾ ਕਿੰਨਾ ਹਿੱਸਾ ਆ ਜਾਊਗਾ 1/6 1/6 A ਨੂੰ ਮਿਲੂਗਾ ਔਰ C ਨੂੰ ਕਿੰਨਾ ਮਿਲੂਗਾ 1/6। ਦੋਨਾਂ ਨੂੰ ਇਕੁਅਲ ਹੀ ਮਿਲੂਗਾ ਨਾ, ਹਾਫ ਮਤਲਬ 2 ਦਾ ਜੇ ਹਿੱਸਾ ਕਰੋਗੇ ਤਾਂ 1/, ਅਸਲ ਦੇ ਵਿੱਚ 2/6 ਹਿੱਸਾ ਵਾ, ਧਿਆਨ ਨਾਲ ਸਮਝੋ B ਦਾ, ਜਿਹਦੇ ਵਿੱਚ 1/6 A ਦਾ ਹੋ ਗਿਆ 1/6 C ਦਾ ਹੋ ਗਿਆ। ਕਲੀਅਰ ਬੱਚੋ? ਸੋ ਆਪਾਂ ਉਹ ਚੀਜ਼ ਇੱਥੇ ਲਿਖ ਲਈ। ਹੁਣ ਇਹ ਕਿਹੜਾ ਇਹ ਕੀ ਚੀਜ਼ ਆ ਜੋ ਆਪਾਂ ਕੈਲਕੂਲੇਟ ਕੀਤੀ ਬੱਚੇ? ਇਹ ਆ ਕਿ A ਨੂੰ ਕਿੰਨਾ ਬੈਨੀਫਿਟ ਹੋਇਆ। ਇਹ ਇੱਕ ਤਰੀਕੇ ਨਾਲ ਇਹਨਾਂ ਦੀ ਗੇਨਿੰਗ ਰੇਸ਼ੋ ਆ, ਗੇਨਿੰਗ ਰੇਸ਼ੋ। A ਦੀ 1/6 ਆ, C ਦੀ 1/6 ਆ। ਸੋ ਹੁਣ ਆਪਾਂ A ਦੀ ਨਿਊ ਰੇਸ਼ੋ ਵੀ ਕੈਲਕੂਲੇਟ ਕਰਾਂਗੇ, ਨਿਊ ਰੇਸ਼ੋਸ ਕੈਲਕੂਲੇਟ ਕਰਾਂਗੇ ਕਿਉਂਕਿ B ਤਾਂ ਚਲਿਆ ਗਿਆ ਹੈ ਨਾ, B ਆਪਣਾ ਹਿੱਸਾ A ਤੇ C ਨੂੰ ਦੇ ਗਿਆ ਤੇ ਹੁਣ ਆਪਾਂ A ਤੇ C ਦੀ ਨਿਊ ਰੇਸ਼ੋ ਕੈਲਕੂਲੇਟ ਕਰਾਂਗੇ। ਸੋ A ਦੀ 올ਡ ਰੇਸ਼ੋ ਕਿੰਨੀ ਸੀ? 올ਡ ਰੇਸ਼ੋ ਪਲੱਸ ਗੇਨਿੰਗ ਰੇਸ਼ੋ। ਬਸ ਬੱਚੇ ਸਿੰਪਲ ਜੀ ਗੱਲ ਆ। ਜਦੋਂ ਸੈਕਰੀਫਾਈਸ ਹੁੰਦਾ ਸੀਗਾ ਉਦੋਂ ਮਾਈਨਸ ਕਰਦੇ ਹੁੰਦੇ ਸੀ, ਫਾਇਦਾ ਹੋਇਆ ਤਾਂ ਅਸੀਂ ਆਪਦੀ ਪੁਰਾਣੀ ਰੇਸ਼ੋ ਦੇ ਵਿੱਚ ਜੋੜ ਲਾਂਗੇ ਤੇ ਸਾਨੂੰ ਅਸੀਂ ਦੇਖ ਲਾਂਗੇ ਵੀ ਸਾਨੂੰ ਕਿੰਨਾ ਹੈ। ਦੇਖੋ ਸੈਕਰੀਫਾਈਸ ਕਹਿੰਦਾ ਮੈਂ 4 ਚੋਂ ਇੱਕ ਟੌਫੀ ਕਿਸੇ ਨੂੰ ਦੇਤੀ ਤਾਂ ਮੇਰੇ ਕੋਲ 3 ਰਹਿ ਗਈਆਂ, 3 ਕਿਵੇਂ ਕੱਢੀਆਂ? 4 - 1 ਕੀਤਾ ਤੇ ਜੇ ਮੈਨੂੰ ਕੋਈ 4 ਦੇ ਵਿੱਚ ਇੱਕ 5ਵੀਂ ਟੌਫੀ ਦੇ ਦੂਗਾ ਤਾਂ ਮੈਂ ਉੱਥੇ ਐਡ ਕਰ ਦੂੰਗਾ ਜੀ, ਮੇਰੇ ਕੋਲ 5 ਹੋ ਗਈਆਂ, 4 + 1। ਸੇਮ ਇੱਥੇ ਹੀ 올ਡ ਰੇਸ਼ੋ ਕਿੰਨੀ ਆ 3/6 ਪਲੱਸ ਨਿਊ ਰੇਸ਼ੋ ਗੇਨਿੰਗ ਰੇਸ਼ੋ ਕਿੰਨੀ ਆ 1/6। ਸੋ ਆ ਗਈ ਤੁਹਾਡੀ 4/6। ਕਲੀਅਰ? ਔਰ A ਕਿਹਦੀ ਆ? A ਦੀ। ਔਰ C ਦੀ ਕਿੰਨੀ ਹੋਊਗੀ? C ਦਾ ਕਿੰਨਾ ਹਿੱਸਾ ਸੀ 1/6 ਪਲੱਸ ਆਹ ਨਿਊ ਕਿੰਨਾ 1/6। ਸੋ ਇਹਦਾ ਕਿੰਨਾ ਹੋ ਜਾਊਗਾ 2/6। ਪ੍ਰੋਫਿਟ ਡਿਸਟ੍ਰੀਬਿਊਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਕਰਕੇ ਦਿਖਾ ਚੁੱਕਿਆ ਕਿ ਪ੍ਰੋਫਿਟ ਡਿਸਟ੍ਰੀਬਿਊਸ਼ਨ ਦੇ ਵਿੱਚ ਆਟੋਮੈਟਿਕਲੀ ਆਪਣਾ ਜਿਹੜਾ ਪ੍ਰੋਫਿਟਸ ਆ ਉਹ ਇਨਕਰੀਜ਼ ਹੋ ਜਾਂਦਾ ਜਦੋਂ 올ਡ ਜਿਹੜਾ ਇੱਕ ਪਾਰਟਨਰ ਆਪਣਾ ਰਿਟਾਇਰ ਹੁੰਦਾ। ਕਲੀਅਰ ਬੱਚੋ? ਆਈ ਹੋਪ ਤੁਹਾਨੂੰ ਦੋਨੇ ਕਨਸੈਪਟ ਕਲੀਅਰ ਹੋ ਗਏ ਹੋਣਗੇ।